ਦਿਨੇ ਰਾਜ ਕਾਣੇ ਦਾ ਤੇ ਰਾਤੀ ਰਾਜ ਮਾਣੇ ਦਾ। ਦੋਸਤੋ ਤੁਸੀਂ ਇਹ ਕਹਾਵਤ ਤਾਂ ਸੁਣੀ ਹੋਵੇਗੀ। ਇਹ ਕਹਾਵਤ ਮਹਾਨ ਰਾਜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੈ। ਇਹ ਕਿੱਸਾ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਣਜੀਤ ਸਿੰਘ ਜੀ ਇੱਕ ਅੱਖ ਤੋਂ ਕਾਣੇ ਸੀ। ਦੋਸਤੋ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਨੱਕ ਵਿੱਚ ਇੱਕ ਆਮ ਜਿਹੇ ਲੁਟੇਰੇ ਨੇ ਦਮ ਕਰਕੇ ਰੱਖ ਦਿੱਤਾ ਸੀ। ਉਸ ਦਾ ਨਾਮ ਸੀ ਮਾਨ ਸਿੰਘ। ਮਾਨ ਸਿੰਘ ਦਾ ਉਸ ਸਮੇਂ ਇਲਾਕੇ ਵਿੱਚ ਪੂਰਾ ਖੌਫ ਸੀ ਅਤੇ ਉਹ ਇਲਾਕੇ 'ਚ ਰਹਿ ਰਹੇ ਲੋਕਾਂ ਨੂੰ ਲੁੱਟ ਕੇ ਜੰਗਲ ਵਿੱਚ ਲੁਕ ਜਾਇਆ ਕਰਦਾ ਸੀ। ਮਾਨ ਸਿੰਘ ਦੇ ਡਰ ਤੋਂ ਜੰਗਲ ਵਿੱਚੋਂ ਲੰਘਣ ਤੋਂ ਵੀ ਲੋਕ ਡਰਿਆ ਕਰਦੇ ਸੀ ਅਤੇ ਇਹੀ ਮੁਸ਼ਕਲ ਲੈ ਕੇ ਲੋਕ ਮਹਾਰਾਜੇ ਅੱਗੇ ਪਹੁੰਚੇ। ਮਹਾਰਾਜਾ ਰਣਜੀਤ ਸਿੰਘ ਜੀ ਵੀ ਮਾਨ ਸਿੰਘ ਤੋਂ ਅੱਕ ਚੁੱਕੇ ਸੀ ਅਤੇ ਅੰਤ ਉਹਨਾਂ ਨੇ ਸਾਰੇ ਇਲਾਕੇ ਵਿੱਚ ਇਹ ਐਲਾਨ ਕਰਵਾ ਦਿੱਤਾ ਕਿ ਜੋ ਵੀ ਮਾਨ ਸਿੰਘ ਨੂੰ ਫੜ ਕੇ ਮੇਰੇ ਕੋਲ ਲੈ ਕੇ ਆਊਗਾ ਉਸ ਨੂੰ ਮੈਂ ਕਈ ਪਿੰਡਾਂ ਦੀ ਜ਼ਗੀਰ ਦੇ ਦੇਵਾਂਗਾ, ਜਾਂ ਕਹਿ ਲਈਏ ਉਪਹਾਰ ਦੇ ਰੂਪ ਵਿੱਚ ਉਸ ਨੂੰ ਜ਼ਮੀਨ ਦਿੱਤੀ ਜਾਊਗੀ। ਇਹ ਗੱਲ ਚਾਰੇ ਪਾਸੇ ਫੈਲ ਗਈ ਅਤੇ ਉੜਦੀ ਉੜਦੀ ਇਹ ਗੱਲ ਮਾਨ ਸਿੰਘ ਦੇ ਕੰਨਾਂ ਵਿੱਚ ਵੀ ਜਾ ਵੱਜੀ। ਮਾਨ ਸਿੰਘ ਵੀ ਅੱਗੋਂ ਬਹੁਤ ਹੀ ਅਣਖੀ ਸੀ ਅਤੇ ਉਸਨੇ ਵੀ ਸਾਰੇ ਇਲਾਕੇ ਵਿੱਚ ਇਹ ਪੋਸਟਰ ਛਪਵਾ ਦਿੱਤੇ ਕਿ ਜਿਹੜਾ ਵੀ ਮੈਨੂੰ ਫੜੂਗਾ ਉਸ ਨੂੰ ਮੈਂ ਸਾਰਾ ਲਾਹੌਰ ਹੀ ਦੇ ਦੇਵਾਂਗਾ। ਇਹ ਤਾਂ ਫਿਰ ਵੀ ਕਈ ਪਿੰਡਾਂ ਦੀ ਜ਼ਗੀਰ ਹੀ ਦੇਣਗੇ ਅਤੇ ਸਾਰਾ ਲਾਹੌਰ ਮੈਂ ਉਸ ਦੇ ਨਾਮ ਕਰ ਦੇਵਾਂਗਾ। ਇਹ ਖਬਰ ਮਹਾਰਾਜਾ ਤੱਕ ਵੀ ਪਹੁੰਚੀ ਅਤੇ ਇਹ ਗੱਲ ਸੁਣ ਕੇ ਮਹਾਰਾਜਾ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਸੋਚਣ ਲੱਗ ਗਏ ਕਿ ਇਹੋ ਜਿਹਾ ਇਹਦੇ ਕੋਲ ਕੀ ਹੈ ਜਿਹੜਾ ਇਹ ਮੈਨੂੰ ਚੈਲੰਜ ਕਰ ਰਿਹਾ ਹੈ। ਉਸੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਮਾਨ ਸਿੰਘ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਅਤੇ ਉਸੇ ਰਾਤ ਮਹਾਰਾਜ ਜੀ ਭੇਸ ਬਦਲ ਕੇ ਆਪਣੇ ਕੁਝ ਸਿਪਾਹੀਆਂ ਸਮੇਤ ਰਾਤ ਨੂੰ ਜੰਗਲ ਵੱਲ ਨਿਕਲ ਗਏ। ਜੰਗਲ ਵਿੱਚ ਆਖਿਰ ਉਹਨਾਂ ਦਾ ਸਾਹਮਣਾ ਮਾਨ ਸਿੰਘ ਦੇ ਨਾਲ ਹੋ ਹੀ ਗਿਆ। ਤੁਹਾਨੂੰ ਦੱਸ ਦਈਏ ਕਿ ਮਹਾਰਾਜ ਜੀ ਨਾਲ 8-9 ਸਿਪਾਹੀ ਸੀ ਅਤੇ ਉਧਰ ਮਾਨ ਸਿੰਘ ਦੇ ਨਾਲ 40 ਤੋਂ 50 ਸਿਪਾਹੀਆਂ ਦੀ ਫੌਜ ਸੀ। ਮਾਨ ਸਿੰਘ ਨੂੰ ਇਹ ਨਹੀਂ ਸੀ ਪਤਾ ਕਿ ਇਹ ਰਾਜਾ ਹੈ, ਉਹ ਉਸ ਨੂੰ ਵੀ ਡਾਕੂ ਲੁਟੇਰਾ ਹੀ ਸਮਝ ਰਿਹਾ ਸੀ। ਮਹਾਰਾਜੇ ਨੇ ਮਾਨ ਸਿੰਘ ਨੂੰ ਕਿਹਾ ਕਿ 40-50 ਬੰਦੇ ਲੈ ਕੇ ਤਾਂ ਕੋਈ ਵੀ ਜਿੱਤ ਸਕਦਾ ਹੈ, ਸਵਾਦ ਤਾਂ ਆਵੇ ਜੇ ਤੂੰ ਕੱਲੇ ਨਾਲ ਕੱਲਾ ਟੱਕਰੇ। ਇਹ ਗੱਲ ਸੁਣ ਕੇ ਮਾਨ ਸਿੰਘ ਸੋਚੀ ਪੈ ਗਿਆ ਅਤੇ ਆਖਿਰ ਉਸਨੇ ਇਹ ਚੁਣੌਤੀ ਸਵੀਕਾਰ ਕਰ ਲਈ ਅਤੇ ਕੱਲਾ ਹੀ ਲੜਨ ਲਈ ਆ ਗਿਆ। ਇਹੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਚਾਹੁੰਦੇ ਸੀ ਕਿ ਇਹ ਕੱਲਾ ਆਵੇ, ਇਹਨੂੰ ਫੇਰ ਦੱਸਾਂ। ਦੋਸਤੋ ਦੋਨਾਂ ਵਿੱਚ ਖੂਬ ਲੜਾਈ ਹੋਈ ਅਤੇ ਮਾਨ ਸਿੰਘ ਵੀ ਬੜੀ ਬਹਾਦਰੀ ਦੇ ਨਾਲ ਲੜਿਆ। ਅੰਤ 'ਚ ਮਹਾਰਾਜਾ ਰਣਜੀਤ ਸਿੰਘ ਨੇ ਮਾਨ ਸਿੰਘ ਨੂੰ ਹਰਾ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਲਿਆ ਹੁਣ ਦੇ ਮੈਨੂੰ ਲਾਹੌਰ। ਹਰਾਤਾ ਤੈਨੂੰ, ਤੂੰ ਪੋਸਟਰ ਛਪਵਾਏ ਸੀ ਨਾ ਕਿ ਮੈਨੂੰ ਹਰਾਉਣ ਵਾਲੇ ਨੂੰ ਮੈਂ ਲਾਹੌਰ ਉਪਹਾਰ ਦੇ ਰੂਪ ਵਿੱਚ ਦੇਵਾਂਗਾ। ਜਿਸ ਤੋਂ ਬਾਅਦ ਮਾਨ ਸਿੰਘ ਸੋਚੀ ਪੈ ਗਿਆ ਅਤੇ ਉਸਨੇ ਕਿਹਾ ਕਿ ਮੈਂ ਆਪਣੀ ਜ਼ੁਬਾਨ ਤੋਂ ਨਹੀਂ ਮੁੱਕਰਦਾ, ਮੈਂ ਤੈਨੂੰ ਲਾਹੌਰ ਜ਼ਰੂਰ ਦੇਵਾਂਗਾ। ਪਰ ਉਦੋਂ ਉਸਨੇ ਮਨ ਵਿੱਚ ਇਹ ਵੀ ਸੋਚਿਆ ਕਿ ਉਸ ਏਡੇ ਵੱਡੇ ਮਹਾਰਾਜੇ ਨੂੰ ਤਾਂ ਮੁਗਲ ਨਹੀਂ ਹਰਾ ਸਕੇ, ਮੈਂ ਕਿਵੇਂ ਉਸ ਤੋਂ ਏਡਾ ਵੱਡਾ ਰਾਜ ਖੋਹ ਕੇ ਇਸ ਨੂੰ ਦੇਵਾਂਗਾ। ਜਿਸ ਤੋਂ ਬਾਅਦ ਉਸ ਨੂੰ ਫੜ ਕੇ ਉਹ ਆਪਣੇ ਨਾਲ ਹੀ ਲੈ ਗਏ ਅਤੇ ਅਗਲੀ ਹੀ ਸਵੇਰ ਉਸ ਨੂੰ ਮਹਾਰਾਜ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉੱਥੇ ਉਸ ਨੂੰ ਪਤਾ ਲੱਗਿਆ ਕਿ ਮੇਰਾ ਮੁਕਾਬਲਾ ਹੀ ਮਹਾਰਾਜੇ ਦੇ ਨਾਲ ਹੋਇਆ ਸੀ ਅਤੇ ਉੱਥੇ ਮਹਾਰਾਜੇ ਨੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਲਾਹੌਰ ਕੀ ਦੇਵੇਂਗਾ, ਦੇਖ ਮੈਂ ਤਾਂ ਆਪ ਹੀ ਲਾਹੌਰ ਜਿੱਤ ਲਿਆ। ਮਹਾਰਾਜੇ ਨੇ ਕਿਹਾ ਕਿ ਦੇਖ ਮੈਂ ਤੇਰੀ ਹਾਰ ਦਾ ਢੰਡੋਰਾ ਵੀ ਨਹੀਂ ਪਟਵਾਉਂਦਾ, ਪਰ ਤੂੰ ਬੰਦਾ ਸਹੀ ਹੈ, ਤੂੰ ਆਹ ਗਲਤ ਰਸਤੇ ਛੱਡ ਕੇ ਸਹੀ ਕੰਮਾਂ ਵਿੱਚ ਪੈ ਜਾ। ਜੇ ਲੜਨਾ ਹੀ ਹੈ ਤਾਂ ਖਾਲਸੇ ਦੀ ਚੜ੍ਹਦੀ ਕਲਾ ਲਈ ਲੜ ਅਤੇ ਸਿੱਖਾਂ ਦਾ ਨਾਮ ਰੋਸ਼ਨ ਕਰ। ਜਿਸ ਤੋਂ ਬਾਅਦ ਮਾਨ ਸਿੰਘ ਪ੍ਰਭਾਵਿਤ ਹੋ ਕੇ ਸਾਰੇ ਗਲਤ ਰਸਤੇ ਛੱਡ ਗਿਆ ਅਤੇ ਬਾਅਦ ਵਿੱਚ ਉਸ ਨੂੰ ਹਰੀ ਸਿੰਘ ਨਲਵੇ ਦੇ ਨਾਲ ਜੰਗਾਂ ਵਿੱਚ ਭੇਜ ਦਿੱਤਾ ਗਿਆ ਅਤੇ ਅੰਤ ਵਿੱਚ ਮਾਨ ਸਿੰਘ ਨਲਵੇ ਦੇ ਨਾਲ ਹੀ ਇੱਕ ਲੜਾਈ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਿਆ। ਦੋਸਤੋ ਇਹ ਇੱਕ ਛੋਟਾ ਜਿਹਾ ਕਿੱਸਾ ਸੀ ਅਤੇ ਤਾਂ ਹੀ ਉਦੋਂ ਇਹ ਕਹਾਵਤ ਕਹੀ ਜਾਂਦੀ ਸੀ ਕਿ ਦਿਨੇ ਰਾਜ ਕਾਣੇ ਦਾ ਤੇ ਰਾਤੀ ਰਾਜ ਮਾਣੇ ਦਾ। ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਸਾਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸੋ। ਧੰਨਵਾਦ।